हाँ जी स्टूडेंट्स, अज आप पढ़ांगे जियोग्राफी का 4th लैसन यानी भूगोल का चौथा लैसन वायुमंडल अते तापमान। साडी धरती उत्ते मनुक्खां अते होर जीवां दा रहना इसलिए संभव हो सकिया है क्योंकि धरती दे आले दुआले हवा का गिलाफ है। धरती उत्ते मनुख ते जीव ਤਾਂ ਹੀ आराम नाल रह रहे ने, उन्हां दा रहना ਤਾਂ ही संभव हो सकिया वा क्योंकि साडे आले दुआले हवा का गिलाफ बनया होया। हवा के इस गिलाफ ਨੂੰ वायुमंडल आखते हैं। यह गिलाफ 1600 किलोमीटर की उचाई तक है, पर 99% हवा 32 किलोमीटर तक के घेरे विच ही है। धरती की सतह उत्ते यह हवा जमीन यानी थलमंडल, पानी यानी जलमंडल नाल मिल के जीव जगत ਅਤੇ रुखां पौदिਆਂ की उत्पत्ति ਅਤੇ पालन पोषण का कारज करती है। वायुमंडल के अंश जिमें तापमान, नमी, वायुदाब, पौना आदि धरती के कुदरती वातावरण उत्ते असर पाउंदियां हन। वातावरण के अंशां विचों वायुमंडल विच सब तो वध अदला बदली हुंदी है। वातावरण के जिहड़े अंश ने उन्हां दे विचों सब तो वध अदला बदली वायुमंडल दे विच हुंदी आ। कुदरती वातावरण के अंश थलमंडल, जलमंडल, वायुमंडल कुदरती वातावरण के अंश हैं। वायुमंडल के अंश हवा, तापमान, नमी, वायुदाब आदि वायुमंडल के अंश हैं। हुण आपां पढ़ांगे वायुमंडल की बनतर कि वायुमंडल किद्दां बनदा। वायुमंडल विच हवा, जल वाष्प ਅਤੇ ਧੂੜ ਕਣ ਹੁੰਦੇ ਹਨ। ਧੂੜ ਕਣਾਂ ਅਤੇ ਜਲ ਵਾਸ਼ਪ ਭਾਰੇ ਹੋਣ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੀ ਹੁੰਦੇ ਹਨ। ਹਵਾ ਗੈਸਾਂ ਦਾ ਮਿਸ਼ਰਣ ਹੈ। ਵਾਯੂਮੰਡਲ ਵਿੱਚ ਜਿਉਂ-ਜਿਉਂ ਉਚਾਈ ਵੱਲ ਜਾਈਏ ਗੈਸਾਂ ਦੀ ਘਣਤਾ ਘਟਦੀ ਜਾਂਦੀ ਹੈ। ਜਿਵੇਂ-ਜਿਵੇਂ ਵੀ ਆਪਾਂ ਵਾਯੂਮੰਡਲ ਦੇ ਉੱਪਰ ਨੂੰ ਜਾਂਦੇ ਹਾਂ ਉਵੇਂ-ਉਵੇਂ ਕੀ ਹੈ ਜਿਹੜੀ ਗੈਸਾਂ ਦੀ ਘਣਤਾ ਵਾ ਉਹ ਘਟਦੀ ਜਾ ਰਹੀ ਆ। ਵਾਯੂਮੰਡਲ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਦੀ ਮਾਤਰਾ 99% ਹੈ ਅਤੇ ਬਾਕੀ ਸਾਰੀਆਂ ਗੈਸਾਂ 1% ਤੋਂ ਵੀ ਘੱਟ ਹਨ। ਜਲ ਵਾਸ਼ਪ ਅਤੇ ਧੂੜ ਕਣਾਂ ਦੀ ਮਾਤਰਾ ਉਚਾਈ ਅਤੇ ਤਾਪਮਾਨ ਅਨੁਸਾਰ ਬਦਲਦੀ ਰਹਿੰਦੀ ਹੈ। ਵਾਯੂਮੰਡਲ ਦੀ ਨਿਰੋਲ ਖੁਸ਼ਕ ਹਵਾ ਵਿੱਚ ਗੈਸਾਂ ਹੇਠ ਦੱਸੇ ਅਨੁਸਾਰ ਹੁੰਦੀਆਂ ਹਨ। ਠੀਕ ਹੈ, ਕਿ ਸਭ ਤੋਂ ਵੱਧ ਵਾਯੂਮੰਡਲ ਦੇ ਵਿੱਚ ਦੋ ਗੈਸਾਂ ਸਭ ਤੋਂ ਵੱਧ ਨੇ, ਨਾਈਟ੍ਰੋਜਨ ਅਤੇ ਆਕਸੀਜਨ, ਜਿਹੜੀਆਂ ਨੇ 99% ਨੇ ਤੇ ਬਾਕੀ ਜਿੰਨੀਆਂ ਵੀ ਗੈਸਾਂ ਨੇ ਉਹ 1% ਤੋਂ ਵੀ ਘੱਟ ਨੇ। ਜਲ ਵਾਸ਼ਪ ਤੇ ਧੂੜ ਕਣਾਂ ਦੀ ਮਾਤਰਾ ਉਚਾਈ ਅਤੇ ਤਾਪਮਾਨ ਅਨੁਸਾਰ ਬਦਲਦੀ ਰਹਿੰਦੀ ਆ। ਠੀਕ ਹੈ, ਜਿਹੜੇ ਜਲ ਵਾਸ਼ਪ ਤੇ ਧੂੜ ਕਣਾਂ ਉਹ ਜ਼ਿਆਦਾ ਉਚਾਈ ਦੇ ਹੋਣ ਕਾਰਨ ਉਹਨਾਂ ਦੀ ਜਿਹੜੀ ਮਾਤਰਾ ਵਾ ਉਹ ਤਾਪਮਾਨ ਅਨੁਸਾਰ ਬਦਲਦੀ ਰਹਿੰਦੀ ਆ, ਕਦੇ ਵੱਧ ਜਾਂਦੀ ਆ ਕਦੇ ਘੱਟ ਜਾਂਦੀ ਆ। ਹੁਣ ਆਪਾਂ ਇਹਨਾਂ ਵਿੱਚ ਪੜਾਂਗੇ ਕਿ ਜਿਹੜੀਆਂ ਗੈਸਾਂ ਨੇ ਉਹ ਕਿੰਨੇ % ਹੁੰਦੀ ਹੈ। ਨੈਕਸਟ ਆ ਜਿਵੇਂ ਨਾਈਟ੍ਰੋਜਨ 78.3%, ਆਕਸੀਜਨ 20.99%, ਆਰਗਨ 0.94%, ਕਾਰਬਨ ਡਾਈਆਕਸਾਈਡ 0.03%, ਹਾਈਡਰੋਜਨ 0.01%। ਪਹਿਲਾਂ ਆਉਂਦੀ ਹੈ ਸਭ ਤੋਂ ਨਾਈਟ੍ਰੋਜਨ। ਵਧੇਰੇ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੁੰਦੀ ਹੈ ਅਤੇ ਵੇਲ ਬੂਟਿਆਂ ਨੂੰ ਮਰਨ ਤੋਂ ਬਚਾਉਂਦੀ ਹੈ। ਜਿਹੜੀ ਨਾਈਟ੍ਰੋਜਨ ਗੈਸ ਆ ਇਹ ਕੀ ਆ, ਵਾਯੂਮੰਡਲ ਦੀ ਸਭ ਤੋਂ ਹੇਠਲੀ ਤਹਿ 'ਤੇ ਹੁੰਦੀ ਹੈ ਅਤੇ ਇਹ ਬੂਟਿਆਂ ਨੂੰ ਮਰਨ ਤੋਂ ਬਚਾਉਂਦੀ ਹੈ। ਦੂਸਰੀ ਗੈਸ ਆਉਂਦੀ ਆ ਆਕਸੀਜਨ, ਦੂਜੀ ਮਹੱਤਵਪੂਰਨ ਗੈਸ ਹੈ ਜੋ ਜੀਵ ਜੰਤੂਆਂ ਦੀ ਰੱਖਿਆ ਕਰਦੀ ਹੈ। ਨੈਕਸਟ ਆਉਂਦਾ ਵਾ ਕਾਰਬਨ ਡਾਈਆਕਸਾਈਡ, ਤੀਸਰੀ ਮਹੱਤਵਪੂਰਨ ਗੈਸ ਹੈ। ਇਹ ਬੇਲ ਬੂਟਿਆਂ ਦੀ ਉਸ ਤਰ੍ਹਾਂ ਹੀ ਪਾਲਣ ਕਰਦੀ ਹੈ ਜਿਵੇਂ ਆਕਸੀਜਨ ਜੀਵ ਜਾਤੀ ਦੀ ਹੈ। ਠੀਕ ਆ, ਜਿਹੜੀ ਕਾਰਬਨ ਡਾਈਆਕਸਾਈਡ ਆ ਇਹ ਬੇਲ ਬੂਟਿਆਂ ਦੀ ਉਸ ਤਰ੍ਹਾਂ ਮਦਦ ਕਰਦੀ ਹੈ ਜਿਵੇਂ ਕਿ ਇੱਕ ਮਨੁੱਖ ਨੂੰ ਜਿਉਣ ਲਈ ਆਕਸੀਜਨ ਦੀ ਲੋੜ ਪੈਂਦੀ ਹੈ, ਉਸੇ ਤਰੀਕੇ ਨਾਲ ਬੇਲ ਬੂਟਿਆਂ ਨੂੰ ਜਿਉਣ ਦੇ ਲਈ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਪੈਂਦੀ ਹੈ। ਇਹ ਧਰਤੀ ਦੇ ਦੁਆਲੇ ਇੱਕ ਕੰਬਲ ਬਣ ਕੇ ਕੰਮ ਕਰਦੀ ਹੈ ਅਤੇ ਵਾਯੂਮੰਡਲ ਤੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ। ਨੈਕਸਟ ਆਉਂਦੇ ਆ ਜਲ ਕਣ। ਵਾਯੂਮੰਡਲ ਵਿੱਚ ਜਲ ਕਣਾਂ ਦੀ ਮਹੱਤਵਪੂਰਨ ਥਾਂ ਹੈ। ਇਹ ਜਲਵਾਯੂ ਵਿੱਚ ਤਬਦੀਲੀ ਲਿਆਉਣ ਲਈ ਅਹਿਮ ਕੰਮ ਕਰਦੇ ਹਨ। ਜਿਹੜੇ ਜਲ ਕਣ ਨੇ ਇਹ ਵਾਯੂਮੰਡਲ 'ਚ ਮਹੱਤਵਪੂਰਨ ਥਾਂ
ਇਹਨਾਂ ਦੀ ਮਹੱਤਵਪੂਰਨ ਥਾਂ ਵਾ। ਤੇ ਜਲਵਾਯੂ ਦੇ ਵਿੱਚ ਜਿਹੜੀ ਵੀ ਤਬਦੀਲੀ ਆਉਂਦੀ ਹੈ ਇਹ ਜਲ ਕਣਾਂ ਕਰਕੇ ਹੀ ਵਾਯੂਮੰਡਲ 'ਚ ਤਬਦੀਲੀ ਆਉਂਦੀ ਹੈ। ਇਹ ਸਾਰੀਆਂ ਗੈਸਾਂ ਧੂੜ ਕਣਾਂ, ਕਾਰਬਨ ਅਤੇ ਫੁੱਲਾਂ ਦੇ ਪਰਾਗ ਕਣਾਂ ਦੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਰੋਕੀ ਰੱਖਦੀਆਂ ਹਨ। ਨੈਕਸਟ ਆਉਂਦਾ ਵਾ ਹਵਾ ਦਾ ਪ੍ਰਦੂਸ਼ਣ। ਹਰੇਕ ਸਾਲ ਹਜ਼ਾਰਾਂ ਟਨ ਸਥੂਲ ਪਦਾਰਥ ਵਾਯੂਮੰਡਲ ਵਿੱਚ ਜਮ੍ਹਾਂ ਹੁੰਦੇ ਹਨ ਜਿਹੜੇ ਕੁਦਰਤੀ ਨਹੀਂ ਹੁੰਦੇ। ਵਾਯੂਮੰਡਲ ਵਿਚਲੀ ਇਸ ਬਨਾਵਟੀ ਯਾਨੀ ਮਨੁੱਖਾਂ ਦੁਆਰਾ ਪੈਦਾ ਕੀਤੀ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਆਖਦੇ ਹਨ। ਇਹ ਸਥੂਲਤਾ ਦੋ ਪ੍ਰਕਾਰ ਦੀ ਹੁੰਦੀ ਹੈ, ਠੋਸ ਅਤੇ ਗੈਸ। ਠੀਕ ਹੈ, ਹਰੇਕ ਸਾਲ ਕੀ ਆ ਜਿਹੜੇ ਵਾਯੂਮੰਡਲ ਦੇ ਵਿੱਚ ਹਜ਼ਾਰਾਂ ਟਨ ਜਿਹੜੇ ਕਣ ਨੇ ਉਹ ਜਮ੍ਹਾਂ ਹੁੰਦੇ ਨੇ। ਵਾਯੂਮੰਡਲ ਵਿੱਚ ਇਹ ਜਿਹੜੀ ਟਨ ਨੇ, ਠੀਕ ਆ, ਹਜ਼ਾਰਾਂ ਟਨ ਜਿਹੜੇ ਸਥੂਲ ਪਦਾਰਥ ਜਮ੍ਹਾਂ ਹੋ ਰਹੇ ਨੇ ਇਹ ਮਨੁੱਖਾਂ ਦੁਆਰਾ ਪੈਦਾ ਕੀਤੇ ਜਾਂਦੇ ਨੇ। ਇਹ ਮਨੁੱਖ ਕਿਵੇਂ ਪੈਦਾ ਕਰਦੇ ਨੇ? ਜਿਵੇਂ ਕਿ ਹਵਾ ਦੇ ਪ੍ਰਦੂਸ਼ਣ। ਹਵਾ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੁੰਦਾ ਵਾ ਅਤੇ ਹਵਾ ਦਾ ਪ੍ਰਦੂਸ਼ਣ ਆ ਜਿਹੜਾ ਜਲ ਕਣਾਂ ਦੇ ਵਿੱਚ ਉੱਪਰ ਜਾ ਕੇ ਮਿਲ ਜਾਂਦਾ ਵਾ, ਜਿਹਦੇ ਨਾਲ ਜਿਹੜੀ ਸਾਰੀ ਹਵਾ ਵਾ ਉਹ ਪ੍ਰਦੂਸ਼ਿਤ ਹੋ ਜਾਂਦੀ ਹੈ। ਇਹ ਸਥੂਲਤਾ ਦੋ ਪ੍ਰਕਾਰ ਦੀ ਹੁੰਦੀ ਹੈ, ਠੋਸ ਅਤੇ ਗੈਸ। ਜਵਾਲਾਮੁਖੀ ਹਵਾ ਦੇ ਪ੍ਰਦੂਸ਼ਣ ਨੂੰ ਧੂੜ ਕਣਾਂ ਦੇ ਰੂਪ 'ਚ ਪ੍ਰਦੂਸ਼ਿਤ ਕਰਦੇ ਹਨ। ਖਾਸ ਕਰਕੇ ਸ਼ਹਿਰਾਂ ਵਿੱਚ ਮਨੁੱਖੀ ਗਤੀਵਿਧੀਆਂ ਬਹੁਤ ਸਾਰਾ ਠੋਸ ਗੰਧ ਹਵਾ ਵਿੱਚ ਛੱਡਦੀਆਂ ਹਨ। ਬਾਲਣ ਦੇ ਬਲਨ ਉਪਰੰਤ ਕਾਰਬਨ ਦੇ ਕਣ ਧੂਏ ਦੇ ਰੂਪ ਵਿੱਚ ਹਵਾ ਵਿੱਚ ਛੱਡੇ ਜਾਂਦੇ ਹਨ। ਠੀਕ ਹੈ, ਜਦੋਂ ਆਪਾਂ ਬਾਲਣ ਬਾਲਦੇ ਹਾਂ, ਅੱਗ ਬਾਲਦੇ ਹਾਂ, ਤਾਂ ਉਸ ਵਿੱਚ ਜੋ ਚੀਜ਼ ਬਾਲਦੇ ਆ ਉਹ ਸਾਰੇ ਦਾ ਸਾਰਾ ਕੀ ਆ, ਹਵਾ ਦੇ ਵਿੱਚ ਧੂੜ ਕਣਾਂ ਦੇ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਜਾ ਕੇ ਮਿਲ ਜਾਂਦਾ ਵਾ। ਫੈਕਟਰੀਆਂ ਵੱਖ-ਵੱਖ ਕਾਰਜਾਂ ਉਪਰੰਤ ਹਵਾ ਵਿੱਚ ਧੂੜ ਕਣ ਛੱਡਦੀਆਂ ਹਨ, ਜਿਨ੍ਹਾਂ ਵਿੱਚੋਂ ਐਸਬੈਸਟਸ ਸਥੂਲ ਪਦਾਰਥ ਦਾ ਇੱਕ ਭਿਆਨਕ ਨਮੂਨਾ ਹੈ। ਠੀਕ ਹੈ, ਫੈਕਟਰੀਆਂ ਦੇ ਵਿੱਚੋਂ ਗੰਦ ਨਿਕਲਦਾ ਵਾ ਉਹ ਵੀ ਹਵਾ ਦੇ ਵਿੱਚ ਜਾ ਕੇ ਮਿਲਦਾ ਵਾ, ਜਿਹਦੇ ਤੋਂ ਐਸਬੈਸਟੋਸ ਸਥੂਲ ਪਦਾਰਥ ਜਿਹੜਾ ਵਾ ਪ੍ਰਦੂਸ਼ਣ ਆ ਉਹ ਉਤਪੰਨ ਹੁੰਦਾ ਵਾ। ਮੋਟਰ ਗੱਡੀਆਂ ਵੱਲੋਂ ਛੱਡਿਆ ਧੂੰਆਂ ਇੱਕ ਭਿਆਨਕ ਗੈਸੀ ਪ੍ਰਦੂਸ਼ਣ ਹੈ। ਵਾਹਨ ਬਹੁਤ ਜ਼ਿਆਦਾ ਟ੍ਰੈਫਿਕ ਵਾਲੇ ਸਥਾਨਾਂ 'ਤੇ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਛੱਡਦੇ ਹਨ। ਠੀਕ ਆ, ਜਿਹੜਾ ਮੋਟਰ ਗੱਡੀਆਂ ਦੇ ਵਿੱਚ ਭਿਆਨਕ ਧੂੰਆਂ ਨਿਕਲਦਾ ਵਾ, ਗੈਸੀ ਜਿਹੜਾ ਪ੍ਰਦੂਸ਼ਣ ਨਿਕਲਦਾ ਵਾ, ਅਤੇ ਉਹ ਕਿਹੜੀ ਗੈਸ ਨਿਕਲਦੀ ਹੈ? ਕਾਰਬਨ ਮੋਨੋਆਕਸਾਈਡ ਗੈਸ ਉਹ ਛੱਡਦੇ ਨੇ। ਨੈਕਸਟ ਆਉਂਦਾ ਵਾ ਤਾਪਮਾਨ। ਹਵਾ ਵਿਚਲੀ ਗਰਮੀ ਨੂੰ ਉਸਦਾ ਤਾਪਮਾਨ ਕਿਹਾ ਜਾਂਦਾ ਹੈ। ਹਵਾ ਦੇ ਤਾਪਮਾਨ ਵਾਂਗ ਕਿਸੇ ਵਸਤੂ ਜਾਂ ਜੀਵ ਅੰਦਰਲੀ ਗਰਮੀ ਨੂੰ ਤਾਪਮਾਨ ਆਖਦੇ ਹਨ। ਤਾਪਮਾਨ ਘਟਦਾ ਜਾਂ ਵੱਧਦਾ ਰਹਿੰਦਾ ਹੈ। ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਵੀ ਅੰਤਰ ਹੁੰਦਾ ਹੈ। ਜਿਹੜੀ ਹਵਾ ਵਿਚਲੀ ਗਰਮੀ ਆ ਉਹਨੂੰ ਅਸੀਂ ਤਾਪਮਾਨ ਕਹਿੰਦੇ ਹਾਂ। ਹਵਾ ਦਾ ਤਾਪਮਾਨ ਦੇ ਵਾਂਗ ਕਿਸੇ ਵਸਤੂ ਜਾਂ ਜੀਵ ਅੰਦਰਲੀ ਗਰਮੀ ਨੂੰ ਵੀ ਤਾਪਮਾਨ ਆਖਦੇ ਹਨ। ਤਾਪਮਾਨ ਸਾਡਾ ਘਟਦਾ ਵੀ ਰਹਿੰਦਾ ਅਤੇ ਵੱਧਦਾ ਵੀ ਰਹਿੰਦਾ ਵਾ, ਅਤੇ ਜਿਹੜਾ ਰਾਤ ਦਾ ਤਾਪਮਾਨ ਅਤੇ ਦਿਨ ਦਾ ਤਾਪਮਾਨ ਦੋਨਾਂ ਦੇ ਤਾਪਮਾਨ ਦੇ ਵਿੱਚ ਅੰਤਰ ਹੁੰਦਾ ਵਾ। ਇਸੇ ਪ੍ਰਕਾਰ ਮੌਸਮਾਂ ਮੁਤਾਬਕ ਤਾਪਮਾਨ ਬਦਲਦਾ ਹੈ। ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਇੱਕ ਸਮੇਂ ਤੋਂ ਤੇ ਅਲੱਗ-ਅਲੱਗ ਤਾਪਮਾਨ ਹੁੰਦਾ ਹੈ। ਇਸ ਕਰਕੇ ਕਿਸੇ ਜਗ੍ਹਾ ਦਾ ਮੌਸਮ ਦੂਸਰੇ ਜਗ੍ਹਾ ਦੇ ਮੌਸਮ ਤੋਂ ਭਿੰਨ ਹੁੰਦਾ ਹੈ। ਹੁਣ ਧਰਤੀ ਦੇ ਵੱਖ-ਵੱਖ ਹਿੱਸੇ ਨੇ ਅਤੇ ਉਹਨਾਂ ਦੇ ਵਿੱਚ ਜਿਹੜਾ ਤਾਪਮਾਨ ਆ ਉਹ ਅਲੱਗ-ਅਲੱਗ ਹੁੰਦਾ ਵਾ। ਇਸ ਲਈ ਕਿਸੇ ਇੱਕ ਜਗ੍ਹਾ ਦਾ ਮੌਸਮ ਆ ਜਿਹੜਾ ਦੂਸਰੀ ਜਗ੍ਹਾ ਦੇ ਮੌਸਮ ਤੋਂ ਹਮੇਸ਼ਾ ਭਿੰਨ ਹੁੰਦਾ ਹੈ। ਭਾਵੇਂ ਕਿਸੇ ਜਗ੍ਹਾ ਦੇ ਮੌਸਮ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ, ਪਰ ਹਵਾ ਦਾ ਤਾਪਮਾਨ ਮੁੱਖ ਇੱਕ ਤੱਤ ਹੀ ਹੈ। ਧਰਤੀ ਨੂੰ ਤਾਪਮਾਨ ਦੇਣ ਵਾਲੇ ਸਿਰਫ ਦੋ ਹੀ ਸੋਮੇ ਹਨ, ਇੱਕ ਸੂਰਜ ਅਤੇ ਧਰਤੀ ਦਾ ਅੰਤਰੀਵ। ਇਹਨਾਂ ਵਿੱਚ ਸੂਰਜ ਦੀ ਮਹੱਤਤਾ ਵਧੇਰੇ ਹੈ। ਸੂਰਜ ਵੱਲੋਂ ਮਿਲਣ ਵਾਲੀ ਗਰਮੀ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ, ਫਿਰ ਵਾਯੂਮੰਡਲ ਗਰਮ ਕਰਦੀ ਹੈ। ਕਿਸੇ ਜਗ੍ਹਾ ਦੇ ਤਾਪਮਾਨ 'ਤੇ ਬਹੁਤ ਸਾਰੇ ਤੱਤ ਅਸਰ ਪਾਉਂਦੇ ਹਨ। ਇਹਨਾਂ ਤੱਤਾਂ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਤਾਪਮਾਨ ਕਿਵੇਂ ਮਾਪਿਆ ਜਾਂਦਾ ਹੈ। ਜਿਵੇਂ ਆਪਾਂ ਨੂੰ ਇਹ ਡਾਇਗਰਾਮ ਦਿੱਤਾ ਹੋਇਆ ਵਾ, ਉੱਚਤਮ ਤੇ ਨਿਊਨਤਮ ਥਰਮਾਮੀਟਰ, ਗਿੱਲੀ ਤੇ ਸੁੱਕੀ ਗੋਲੀ ਦਾ ਥਰਮਾਮੀਟਰ।
ਜਿਹੜਾ ਹੁਣ ਆਪਾਂ ਤਾਪਮਾਨ ਜਦੋਂ ਵੀ ਚੈੱਕ ਕਰਦੇ ਆ ਉਹ ਆਪਾਂ ਕਿਹਦੀ ਹੈਲਪ ਨਾਲ ਚੈੱਕ ਕਰਦੇ ਆ, ਥਰਮਾਮੀਟਰ ਦੀ ਹੈਲਪ ਨਾਲ ਆਪਾਂ ਤਾਪਮਾਨ ਨੂੰ ਚੈੱਕ ਕਰਦੇ ਆ। ਤਾਪਮਾਨ ਨੂੰ ਉਪਰੋਕਤ ਥਰਮਾਮੀਟਰਾਂ ਰਾਹੀਂ ਮਾਪਿਆ ਜਾਂਦਾ ਹੈ ਅਤੇ ਡਿਗਰੀਆਂ ਵਿੱਚ ਦੱਸਿਆ ਜਾਂਦਾ ਹੈ। ਤਾਪਮਾਨ ਮਾਪਣ ਲਈ ਦੋ ਪੈਮਾਨੇ ਵਰਤੇ ਜਾਂਦੇ ਹਨ, ਇੱਕ ਸੈਲਸੀਅਸ ਤੇ ਦੂਸਰਾ ਫਾਰਨਹਾਈਟ। ਠੀਕ ਹੈ, ਤੁਹਾਨੂੰ ਵੈਰੀ ਸ਼ਾਰਟ ਕੁਐਸਚਨ ਦੇ ਵਿੱਚ ਵੀ ਆਇਆ ਹੋਇਆ ਵਾ ਕਿ ਤਾਪਮਾਨ ਨੂੰ ਮਾਪਣ ਵਾਲੇ ਕਿਹੜੇ ਦੋ ਪੈਮਾਨੇ ਵਰਤੇ ਜਾਂਦੇ ਆ। ਸੈਲਸੀਅਸ ਪੈਮਾਨੇ ਮੁਤਾਬਕ ਪਾਣੀ 0 ਡਿਗਰੀ ਤੇ ਜੰਮ ਜਾਂਦਾ ਹੈ ਤੇ ਫਾਰਨਹਾਈਟ ਪੈਮਾਨੇ ਤੇ 32 ਡਿਗਰੀ ਤੇ ਜੰਮਦਾ ਹੈ। ਸੈਲਸੀਅਸ ਮੁਤਾਬਕ ਪਾਣੀ 100 ਡਿਗਰੀ ਤੇ ਉਬਲਦਾ ਹੈ ਤੇ ਫਾਰਨਹਾਈਟ ਪੈਮਾਨੇ ਮੁਤਾਬਕ 212 ਡਿਗਰੀ ਤੇ ਉਬਲਦਾ ਹੈ। ਤਾਪਮਾਨ ਉੱਤੇ ਅਸਰ ਪਾਉਣ ਵਾਲੇ ਤੱਤ। ਧਰਤੀ ਉੱਤੇ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹੇਠ ਲਿਖੇ ਹਨ। ਪਹਿਲਾ ਤੱਤ ਆਉਂਦਾ ਵਾ ਭੂ-ਮੱਧ ਰੇਖਾ ਤੋਂ ਦੂਰੀ। ਕਿਸੇ ਜਗ੍ਹਾ ਦਾ ਤਾਪਮਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉੱਥੇ ਕਿੰਨਾ ਸੂਰਜੀ ਤਾਪ ਪ੍ਰਾਪਤ ਹੁੰਦਾ ਹੈ। ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਕਰਕੇ ਤਾਪਮਾਨ ਜ਼ਿਆਦਾ ਹੁੰਦਾ ਹੈ। ਠੀਕ ਹੈ, ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਧਰੁਵਾਂ ਤੇ ਟੇਢੀਆਂ ਪੈਂਦੀਆਂ ਨੇ। ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣਗੀਆਂ ਉੱਥੇ ਦਾ ਤਾਪਮਾਨ ਜ਼ਿਆਦਾ ਹੋਊਗਾ। ਠੀਕ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਹੋਣਗੀਆਂ ਉੱਥੇ ਕੀ ਆ, ਤਾਪਮਾਨ ਘੱਟ ਪੈਂਦਾ ਵਾ। ਇਹ ਹੇਠ ਲਿਖੇ ਚਿੱਤਰ ਤੋਂ ਸਪਸ਼ਟ ਹੁੰਦਾ ਹੈ। ਦੇਖੋ ਨੀਚੇ ਡਾਇਗਰਾਮ ਬਣਾਇਆ ਵਾ, ਇਸ ਡਾਇਗਰਾਮ ਦੇ ਵਿੱਚ ਸੂਰਜ, ਠੀਕ ਆ, ਇਹ ਤੁਹਾਨੂੰ ਵਾਯੂਮੰਡਲ ਬਣਾ ਕੇ ਧਰਤੀ ਬਣਾ ਕੇ ਦਿਖਾਈ ਹੋਈ ਆ। ਧਰਤੀ ਦੇ ਵਿੱਚ ਆ ਉੱਤਰੀ ਧਰੁਵ ਆ, ਨੀਚੇ ਦੱਖਣੀ ਧਰੁਵ ਆ। ਠੀਕ ਆ, ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈ ਰਹੀਆਂ ਨੇ, ਆ ਸੂਰਜ ਦੀਆਂ ਕਿਰਨਾਂ ਟੇਢੀਆਂ ਦਿਖਾਈਆਂ ਹੋਈਆਂ ਨੇ। ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈ ਰਹੀਆਂ ਨੇ ਇੱਥੇ ਦਾ ਤਾਪਮਾਨ ਜ਼ਿਆਦਾ ਹੋਊਗਾ, ਜਿੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਨੇ ਉੱਥੇ ਤਾਪਮਾਨ ਘੱਟ ਹੁੰਦਾ ਵਾ। ਸੈਕਿੰਡ ਆਉਂਦਾ ਵਾ ਸਮੁੰਦਰੀ ਤਲ ਤੋਂ ਉਚਾਈ। ਜਿਉਂ-ਜਿਉਂ ਅਸੀਂ ਉੱਪਰ ਜਾਂਦੇ ਹਾਂ ਤਾਪਮਾਨ ਘਟਦਾ ਜਾਂਦਾ ਹੈ। ਉਚਾਈ ਦੇ ਨਾਲ ਤਾਪਮਾਨ ਘਟਣ ਦਾ ਕਾਰਨ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਹੈ, ਜੋ ਕਿ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ, ਫਿਰ ਵਾਯੂਮੰਡਲ ਨੂੰ ਗਰਮ ਕਰਦੀ ਹੈ। ਇਸ ਲਈ ਧਰਤੀ ਦੀ ਸਤਹ ਦੇ ਨੇੜੇ ਦਾ ਵਾਯੂਮੰਡਲ ਜ਼ਿਆਦਾ ਗਰਮ ਹੁੰਦਾ ਹੈ ਅਤੇ ਉੱਪਰ ਵੱਲ ਘੱਟ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪਹਾੜਾਂ ਦੇ ਉੱਪਰ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ। ਇਹ ਕਿਹਾ ਕਿ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਤਾਪਮਾਨ ਘਟਦਾ ਜਾ ਰਿਹਾ ਵਾ। ਉਚਾਈ ਦੇ ਨਾਲ ਨਾਲ ਤਾਪਮਾਨ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਵਾ। ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਪਹਿਲਾਂ ਤਾਂ ਧਰਤੀ ਨੂੰ ਗਰਮ ਕਰਦੀ ਆ, ਫਿਰ ਬਾਅਦ ਚੋਂ ਵਾਯੂਮੰਡਲ ਨੂੰ ਗਰਮ ਕਰਦੀ ਆ। ਇਸ ਲਈ ਜਦੋਂ ਵੀ ਅਸੀਂ ਪਹਾੜਾਂ ਤੇ ਜਾਂਦੇ ਹਾਂ, ਜਿਵੇਂ ਜਿਵੇਂ ਉਚਾਈ ਤੇ ਜਾਂਦੇ ਹਾਂ ਉਸੇ ਤਰੀਕੇ ਨਾਲ ਜਿਹੜਾ ਤਾਪਮਾਨ ਆ ਘਟਦਾ ਜਾਂਦਾ ਵਾ। ਤੀਜਾ ਆਉਂਦਾ ਵਾ ਸਮੁੰਦਰ ਤੋਂ ਦੂਰੀ। ਸਮੁੰਦਰ ਦੇ ਨੇੜਲੀਆਂ ਥਾਵਾਂ ਤੇ ਤਾਪਮਾਨ ਨਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਨਾ ਹੀ ਘੱਟ, ਪਰ ਜਿਉਂ ਹੀ ਅਸੀਂ ਸਮੁੰਦਰ ਤੋਂ ਦੂਰ ਜਾਂਦੇ ਹਾਂ ਤਾਪਮਾਨ ਵਖਰੇਵਾ ਵੱਧਦਾ ਜਾਂਦਾ ਹੈ। ਧਰਾਤਲ ਦੇ ਮੁਕਾਬਲੇ ਪਾਣੀ ਦੇਰ ਨਾਲ ਗਰਮ ਅਤੇ ਦੇਰ ਨਾਲ ਠੰਡਾ ਹੁੰਦਾ ਹੈ। ਇਸ ਲਈ ਸਮੁੰਦਰਾਂ ਦੇ ਨੇੜੇ ਤਾਪਮਾਨ ਸੰਜਮੀ ਰਹਿੰਦਾ ਹੈ। ਇਸ ਦਾ ਇੱਕ ਕਾਰਨ ਸਮੁੰਦਰੀ ਤੱਟ ਨੇੜੇ ਜਲ ਸਮੀਰ ਅਤੇ ਥਲ ਸਮੀਰ ਦਾ ਚੱਲਣਾ ਵੀ ਹੈ। ਕਿ ਸਮੁੰਦਰ ਜਿਹੜੀਆਂ ਨੇੜਲੀਆਂ ਥਾਵਾਂ ਨੇ, ਜਿਹੜਾ ਤਾਪਮਾਨ ਆ ਉੱਥੇ ਉਹ ਬਹੁਤਾ ਨਾ ਤਾਂ ਜ਼ਿਆਦਾ ਘੱਟ ਹੁੰਦਾ ਵਾ, ਨਾ ਹੀ ਬਹੁਤਾ ਜ਼ਿਆਦਾ ਹੁੰਦਾ ਵਾ। ਅਸੀਂ ਜਿਵੇਂ ਜਿਵੇਂ ਸਮੁੰਦਰ ਤੋਂ ਦੂਰ ਜਾਂਦੇ ਹਾਂ ਉਵੇਂ ਉਵੇਂ ਜਿਹੜਾ ਤਾਪਮਾਨ ਆ ਉਹ ਡਿਫਰੈਂਟ ਹੁੰਦਾ ਜਾਂਦਾ ਵਾ, ਜ਼ਿਆਦਾ ਵਧੂਗਾ ਜਾਂ ਤਾਂ ਉੱਤੇ ਘਟਦਾ ਵਾ। ਹੁਣ ਧਰਾਤਲ ਦੇ ਮੁਕਾਬਲੇ ਪਾਣੀ ਦੇਰ ਨਾਲ ਗਰਮ ਹੁੰਦਾ ਵਾ ਤੇ ਦੇਰ ਨਾਲ ਠੰਡਾ ਹੁੰਦਾ ਵਾ। ਇਹਦਾ ਕਾਰਨ ਕੀ ਹੈ ਕਿ ਸਮੁੰਦਰੀ ਤੱਟ ਦੇ ਨੇੜੇ ਦੋ ਸਮੀਰਾਂ ਨੇ, ਇੱਕ ਤਾਂ ਜਲ ਸਮੀਰ ਹੋਊਗੀ ਤੇ ਇੱਕ ਥਲ ਸਮੀਰ ਆ। ਇਹਦੇ ਕਰਕੇ ਜਿਹੜਾ ਤਾਪਮਾਨ ਆ ਉਹ ਘਟਦਾ ਵੱਧਦਾ ਜਾਂਦਾ ਵਾ। ਨੈਕਸਟ ਆ ਧਰਤੀ ਤੇ ਸਤਹ ਦੀ ਕਿਸਮ। ਜ਼ਮੀਨ ਤੇ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ? ਧਰਤੀ ਦੀ ਸਤਹ ਤੇ ਬਰਫ਼ ਜੰਮੀ ਹੋਈ ਹੈ ਜਾਂ ਖੁਸ਼ਕ ਮਾਰੂਥਲ ਹੈ ਜਾਂ ਸੰਘਣੇ ਜੰਗਲਾਂ ਨਾਲ ਢਕੀ ਹੈ ਆਦਿ ਤੱਤ ਤਾਪਮਾਨ ਦੀ ਵੰਡ ਉੱਤੇ ਅਸਰ ਪਾਉਂਦੇ ਹਨ। ਜਿੱਥੇ ਬਰਫ਼ ਜੰਮੀ ਹੁੰਦੀ ਹੈ ਸੂਰਜ ਵੱਲੋਂ ਆਉਣ ਵਾਲੀ ਗਰਮੀ ਪਰਾਵਰਤਿਤ ਹੋ ਜਾਂਦੀ ਹੈ ਅਤੇ ਧਰਤੀ ਦਾ ਤਾਪਮਾਨ ਘੱਟ ਹੀ ਰਹਿੰਦਾ ਹੈ। ਖੁਸ਼ਕ ਮਾਰੂਥਲਾਂ ਵਿੱਚ ਤਾਪਮਾਨ ਦਿਨ ਵੇਲੇ ਜ਼ਿਆਦਾ, ਕਿਉਂਕਿ ਰੇਤ ਜਲਦੀ ਗਰਮ ਹੋ ਜਾਂਦੀ ਹੈ। ਜਿੱਥੇ ਜ਼ਿਆਦਾ ਸੰਘਣੇ ਜੰਗਲ ਹੋਣ ਉੱਥੇ ਵੀ ਧਰਤੀ ਦਾ ਤਾਪਮਾਨ ਜ਼ਿਆਦਾ ਨਹੀਂ ਵੱਧਦਾ। ਯਾਨੀ ਜ਼ਮੀਨ ਤੇ ਜਿਹੜੀ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਆ,
ਧਰਤੀ ਦੀ ਸਤਹ ਤੇ ਬਰਫ਼ ਜੰਮੀ ਹੋਈ ਹੈ ਜਾਂ ਖੁਸ਼ਕ ਮਾਰੂਥਲ ਆ ਜਾਂ ਸੰਘਣੇ ਜੰਗਲ ਨਾਲ ਢਕੀ ਹੋਈ ਆ, ਉਸ ਤਰੀਕੇ ਨਾਲ ਜਿਹੜਾ ਤਾਪਮਾਨ ਆ ਉਹ ਘਟਦਾ ਵੱਧਦਾ ਵਾ। ਜੇ ਤਾਂ ਬਰਫ਼ ਜੰਮੀ ਹੋਈ ਆ ਤਾਂ ਸੂਰਜ ਵੱਲੋਂ ਆਉਣ ਵਾਲੀ ਜਿਹੜੀ ਕਿਰਨਾਂ ਨੇ ਉਹਨਾਂ ਨੂੰ ਉਹ ਪਰਾਵਰਤਿਤ ਕਰ ਦੇਣਗੇ, ਯਾਨੀ ਬਦਲ ਦੇਣਗੀਆਂ, ਤੇ ਧਰਤੀ ਦਾ ਤਾਪਮਾਨ ਘੱਟ ਹੀ ਰਹਿੰਦਾ ਵਾ, ਧਰਤੀ ਤੇ ਗਰਮੀ ਨਹੀਂ ਹੁੰਦੀ। ਜਿੱਥੇ ਖੁਸ਼ਕ ਮਾਰੂਥਲ ਹੋਣਗੇ ਉੱਥੇ ਦਿਨ ਦੇ ਵੇਲੇ ਤਾਪਮਾਨ ਤਾਂ ਜ਼ਿਆਦਾ ਹੋਊਗਾ, ਕਿਉਂਕਿ ਉੱਥੇ ਰੇਤ ਕੀ ਆ ਜ਼ਿਆਦਾ ਜਲਦੀ ਗਰਮ ਹੋ ਜਾਂਦੀ ਆ, ਪਰ ਜਿੱਥੇ ਸੰਘਣੇ ਜੰਗਲ ਹੋਣਗੇ ਉੱਥੇ ਜਿਹੜਾ ਧਰਤੀ ਦਾ ਤਾਪਮਾਨ ਉਹ ਜ਼ਿਆਦਾ ਨਹੀਂ ਵੱਧਦਾ। ਨੈਕਸਟ ਆਉਂਦਾ ਵਾ ਸਾਡੇ ਕੋਲ ਢਲਾਨਾਂ ਦਾ ਰੁੱਖ। ਜੇ ਢਲਾਨਾਂ ਦਾ ਰੁੱਖ ਸੂਰਜ ਵਾਲੇ ਪਾਸੇ ਹੋਵੇਗਾ ਤਾਂ ਬਹੁਤ ਜ਼ਿਆਦਾ ਗਰਮੀ ਹੋਵੇਗੀ। ਜਿਹੜੀਆਂ ਢਲਾਨਾਂ ਸੂਰਜ ਤੋਂ ਉਲਟ ਦਿਸ਼ਾ ਵਿੱਚ ਹੁੰਦੀਆਂ ਨੇ ਉੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਨੇ ਤੇ ਗਰਮੀ ਘੱਟ ਹੁੰਦੀ ਹੈ। ਜਿਵੇਂ ਪਿਛਲੇ ਆਪਾਂ ਡਾਇਗਰਾਮ ਦੇ ਵਿੱਚ ਦਿਖਾਇਆ ਸੀ ਕਿ ਜੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣਗੀਆਂ, ਠੀਕ ਆ, ਤਾਂ ਤਾਪਮਾਨ ਜ਼ਿਆਦਾ ਜਲਦੀ ਵਧੂਗਾ, ਜ਼ਿਆਦਾ ਗਰਮੀ ਹੋਊਗੀ। ਜੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਣਗੀਆਂ ਤਾਂ ਤਾਪਮਾਨ ਘੱਟ ਵੱਧਦਾ। ਨੈਕਸਟ ਆ ਬੱਦਲਵਾਹੀ ਤੇ ਵਰਖਾ। ਜਦੋਂ ਆਕਾਸ਼ ਵਿੱਚ ਬੱਦਲ ਛਾਏ ਹੁੰਦੇ ਹਨ ਤਾਂ ਸੂਰਜ ਦੀ ਗਰਮੀ ਧਰਤੀ ਉੱਤੇ ਪਹੁੰਚਣ ਤੋਂ ਪਹਿਲਾਂ ਬੱਦਲਾਂ ਵਿੱਚ ਜਜ਼ਬ ਹੋ ਜਾਂਦੀ ਹੈ। ਨਤੀਜੇ ਵਜੋਂ ਧਰਤੀ ਦਾ ਤਾਪਮਾਨ ਨੀਵਾਂ ਰਹਿੰਦਾ ਹੈ। ਵਰਖਾ ਪੈਣ ਪਿੱਛੋਂ ਆਮ ਤੌਰ ਤੇ ਤਾਪਮਾਨ ਘਟ ਜਾਂਦਾ ਹੈ, ਕਿਉਂਕਿ ਵਰਖਾ ਦੇ ਬਾਅਦ ਹਵਾ ਵਿੱਚ ਜਲ ਵਾਸ਼ਪ ਵੱਧ ਜਾਂਦੇ ਹਨ। ਇਹ ਜਲ ਵਾਸ਼ਪ ਬਹੁਤ ਸਾਰੀ ਗਰਮੀ ਨੂੰ ਜਜ਼ਬ ਕਰ ਲੈਂਦੇ ਹਨ। ਜਦੋਂ ਆਕਾਸ਼ 'ਚ ਬੱਦਲ ਛਾਏ ਹੁੰਦੇ ਆ ਤਾਂ ਸੂਰਜ ਦੀ ਗਰਮੀ ਧਰਤੀ ਤੇ ਜਲਦੀ ਨਹੀਂ ਪਹੁੰਚਦੀ, ਕਿਉਂਕਿ ਜਿਹੜੇ ਉਹ ਸੂਰਜ ਦੀਆਂ ਕਿਰਨਾਂ ਨੇ ਉਹ ਬੱਦਲਾਂ ਦੇ ਵਿੱਚ ਜਜ਼ਬ ਹੋ ਜਾਂਦੀਆਂ ਨੇ, ਜਾਣੀ ਉਹਨਾਂ ਵਿੱਚ ਸਮਾ ਜਾਂਦੀਆਂ ਨੇ। ਨਤੀਜੇ ਵਜੋਂ ਕੀ ਆ, ਜਿਹੜਾ ਧਰਤੀ ਦਾ ਤਾਪਮਾਨ ਆ ਉਹ ਘਟ ਜਾਂਦਾ ਵਾ, ਯਾਨੀ ਧਰਤੀ ਤੇ ਗਰਮੀ ਘੱਟ ਪੈਂਦੀ ਆ। ਜਦੋਂ ਵਰਖਾ ਹੋ ਜਾਂਦੀ ਆ, ਵਰਖਾ ਹੋਣ ਤੋਂ ਬਾਅਦ ਜਿਹੜਾ ਤਾਪਮਾਨ ਆ ਉਹ ਯਾਨੀ ਗਰਮੀ ਆ ਉਹ ਘੱਟ ਹੋ ਜਾਂਦੀ ਆ। ਕਿਉਂ ਹੋ ਜਾਂਦੀ ਆ? ਕਿਉਂਕਿ ਹਵਾ ਦੇ ਵਿੱਚ ਜਲ ਵਾਸ਼ਪ ਦੇ ਕਾਰਨ ਜਿਹੜੇ ਨੇ ਉਹ ਵੱਧ ਜਾਂਦੇ ਨੇ। ਨੈਕਸਟ ਆ ਸਮੁੰਦਰੀ ਧਾਰਾਵਾਂ। ਜਿਸ ਇਲਾਕੇ ਦੇ ਨੇੜੇ ਗਰਮ ਧਾਰਾਵਾਂ ਲੰਘਦੀਆਂ ਨੇ ਉਹ ਇਲਾਕੇ ਗਰਮ ਹੋ ਜਾਂਦੇ ਹਨ। ਜਿੱਥੋਂ ਠੰਡੀਆਂ ਧਾਰਾਵਾਂ ਲੰਘਦੀਆਂ ਨੇ ਉਹ ਇਲਾਕੇ ਠੰਡੇ ਹੋ ਜਾਂਦੇ ਹਨ। ਜਿਸ ਬਾਰੇ ਵਿਸਤ੍ਰਿਤ ਜਾਣਕਾਰੀ ਪੁਸਤਕ ਵਿੱਚ ਅੱਗੇ ਦਿੱਤੀ ਜਾਵੇਗੀ। ਸਮੁੰਦਰਾਂ ਅਤੇ ਮਹਾਸਾਗਰਾਂ ਸੰਬੰਧੀ ਪਾਠ ਨੂੰ ਪੜ੍ਹਨ ਉਪਰੰਤ ਤੁਸੀਂ ਜਾਣੋਗੇ ਕਿ ਇਹ ਸੰਭਵ ਕਿਵੇਂ ਹੈ।